ਰੋਲੈਕਸ ਦੀ ਵਾਚ ਹੈ ਤੇ ਫਿਰ 50-60 ਹਜ਼ਾਰ ਦੀ ਨੌਕਰੀ ਕਿਉਂ ਕਰਨੀ? ਕੋਈ ਚੰਗੇ ਘਰ ਦਾ ਰੱਜਿਆ ਪੁੱਜਿਆ ਬੰਦਾ ਜੇ ਪੁਲਿਸ ਦੀ ਨੌਕਰੀ 'ਚ ਜਾਏ ਤੇ ਲੋਕਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਭਾਈ ਇਹ ਬੰਦੇ ਨੂੰ ਕੋਈ ਚੀਜ਼ ਦੀ ਭੁੱਖ ਨਹੀਂ ਹੈ, ਇਹ ਕਰਪਟ ਨਹੀਂ ਹੋਊਗਾ। ਇਹਦੇ ਜਿਹੜੇ ਬਹੁਤ ਸਾਰੇ ਲੋਕ ਨੇ ਉਹਨਾਂ ਨੇ ਸਵਾਲ ਉਠਾਏ ਇਹਦੇ ਤੇ। ਬਾਜਵਾ ਸਾਹਿਬ ਨੂੰ ਇੰਨਾ ਭਰੋਸਾ ਹੋਣਾ ਚਾਹੀਦਾ ਸੀਗਾ ਆਪਣੇ ਭਤੀਜੇ ਦੇ ਕਿ ਯਾਰ ਇਹੋ ਜਿਹੇ ਕੰਮ ਨਹੀਂ ਕਰੂਗਾ ਇਹ। ਕੋਈ ਲੋੜ ਨਹੀਂ ਸੀਗੀ ਇਹੋ ਜਿਹੇ ਬਿਆਨ ਦੀ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਸਾਡੇ ਵਿੱਚ ਸਤਨਾਮ ਸਿੰਘ ਬਾਜਵਾ ਜੀ ਦਾ ਖੂਨ ਚੱਲਦਾ। ਅਸੀਂ ਇਹੋ ਜਿਹੇ ਲੋ ਲੈਵਲ ਦੀ ਰਾਜਨੀਤੀ ਕਰਕੇ ਤੇ ਇਹਨਾਂ ਐਲੀਗੇਸ਼ਨਸ ਹੈ ਕਿ ਕਦੇ ਵੀ ਕੋਈ ਕੰਮ ਨਹੀਂ ਕਰਾਂਗੇ। ਪਰ ਇਹ ਗਲਤੀ ਹੋਈ ਫਿਰ ਕਿ ਇਹ ਐਕਸੈਪਟ ਹੀ ਨਹੀਂ ਕਰਨਾ ਚਾਹੀਦਾ ਸੀ। ਕੀ ਲੱਗਦਾ ਪਾਰਟੀ ਦੇ ਅੰਦਰੋਂ ਜਿਹੜੇ ਸਵਾਲ ਉੱਠ ਰਹੇ ਹੈਗੇ ਉਹਦੇ ਨਾਲ ਜ਼ਿਆਦਾ ਨੁਕਸਾਨ ਹੋਇਆ? ਨੁਕਸਾਨ ਦੀ ਗੱਲ ਹੀ ਨਹੀਂ, ਮੈਂ ਕਹਿੰਦਾ ਬਹੁਤ ਹੀ ਅਨਫੋਰਚੂਨੇਟ ਹੈ। ਪ੍ਰਕਾਸ਼ ਸਿੰਘ ਬਾਦਲ 5 ਟਾਈਮ ਸੀਐਮ, ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ, ਪਾਰਟੀ ਪ੍ਰੈਜ਼ੀਡੈਂਟ, ਹਰਸਿਮਰਤ ਬਾਦਲ ਯੂਨੀਅਨ ਮਿਨਿਸਟਰ, ਇਹਨਾਂ ਦੇ ਆਦੇਸ਼ ਪ੍ਰਤਾਪ ਕੈਰੋਂ ਫੂਡ ਮਿਨਿਸਟਰ, ਵਿਕਰਮ ਸਿੰਘ ਮਜੀਠੀਆ ਸਾਹਿਬ ਆਪਣਾ ਰੈਵਨਿਊ ਮਿਨਿਸਟਰ, ਫਾਈਨੈਂਸ ਮਿਨਿਸਟਰ, ਹੈ ਨਾ। ਸੋ ਇਹ ਕੀ ਨੈਪੋਟਿਜ਼ਮ ਦੀਆਂ ਗੱਲਾਂ ਕਰਦੇ, ਇਹ ਤਾਂ ਜਿਨ੍ਹਾਂ ਦੇ ਟੱਬਰ ਨੇ ਸਾਰਾ ਪੰਜਾਬ ਹੀ ਰੋਲਤਾ, ਇਹ ਸਾਨੂੰ ਪਾਠ ਪੜ੍ਹਾਉਂਦੇ ਨੇ। ਪਹਿਲੇ ਆਪਣੇ ਵੱਲ ਤਾਂ ਦੇਖ ਲਓ ਯਾਰ, ਮੈਂ ਕਹਿੰਦਾ ਸ਼ਰਮ ਕਰੋ ਤੁਸੀਂ। ਕਿਤੇ ਇਹ ਤਾਂ ਨਹੀਂ ਕਿ ਬਾਜਵਾ ਖੇਮਾ ਜਾਂ ਜਿਹੜਾ ਬਾਜਵਾ ਕੈਂਪ ਸੀ ਉਹਨੂੰ ਅਲੱਗ ਥਲੱਗ ਕਰਨ ਦੀ ਇੱਕ ਪਲਾਨ ਸੀਗਾ? ਇਸ ਤੋਂ ਇਲਾਵਾ ਸੁਨੀਲ ਜਾਖੜ, ਕਿਉਂਕਿ ਸੁਨੀਲ ਜਾਖੜ ਤੁਹਾਡੇ ਏਰੀਆ 'ਚ ਜਾ ਕੇ ਇਲੈਕਸ਼ਨ ਲੜੇ ਹੈ ਮੈਂਬਰ ਆਫ पार्लियामेंट, ਉਹਨਾਂ ਨੇ ਵੀ ਸਵਾਲ ਕਾਫੀ उठाए। मुसीबत में ही पता चलता है कि अपनों में गैर कौन है और गैरों में अपने कौन है। ਸੋ ਅੱਜ ਫਤਿਹ ਜੰਗ ਸਿੰਘ ਬਾਜਵਾ ਤੇ ਉਹਨਾਂ ਦੇ ਪੁੱਤਰਾਂ ਦੇ ਵੱਲੋਂ ਕੰਵਰ ਪ੍ਰਤਾਪ ਸਿੰਘ ਬਾਜਵਾ, ਅਰਜੁਨ ਪ੍ਰਤਾਪ ਸਿੰਘ ਬਾਜਵਾ, ਅਰਜੁਨ ਪ੍ਰਤਾਪ ਬਾਜਵਾ ਜਿਨ੍ਹਾਂ ਦੀ ਨੌਕਰੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਕੁਐਸਚਨਸ ਉਠਾਏ ਗਏ, ਪੋਲੀਟੀਕਲ ਸਰਕਲਸ ਦੇ ਵਿੱਚ ਵੀ ਤੇ ਆਮ ਸਮਾਜ ਦੇ ਵਿੱਚ ਵੀ ਉੱਠਿਆ, ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਸਵਾਲ ਹੋਏ। ਉਹ ਕਹਿੰਦੇ ਚਿੱਕੜ ਬਹੁਤ ਸਾਰਾ ਉਛਾਲਿਆ ਗਿਆ। ਅਰਜੁਨ ਪ੍ਰਤਾਪ ਬਾਜਵਾ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਰਜੁਨ ਕੀ ਅੱਛਾ, ਸਭ ਤੋਂ ਜ਼ਿਆਦਾ ਸਵਾਲ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨੂੰ ਹੀ ਹੋ ਰਹੇ ਹੈ। ਰੋਲੈਕਸ ਦੀ ਵਾਚ ਹੈ ਤੇ ਫਿਰ 50-60 ਹਜ਼ਾਰ ਦੀ ਨੌਕਰੀ ਕਿਉਂ ਕਰਨੀ? ਇਹੀ ਸਵਾਲ ਸਰ ਉਹੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ ਜੇ ਇੱਕ ਬੰਦਾ ਰੋਲੈਕਸ ਪਾਉਂਦਾ 3 ਕਰੋੜ ਦੀ ਸਪੋਜ਼ਿਟਲੀ ਉਹਦੇ ਕੋਲ ਗੱਡੀ ਹੈ, ਉਹ ਜੇ ਐਸ਼ੋ ਆਰਾਮ ਛੱਡ ਕੇ ਜੇ ਪੁਲਿਸ ਦੀ ਨੌਕਰੀ 'ਚ ਕਰਨਾ ਚਾਹੁੰਦਾ ਹੈ, ਉਹ ਇਸ ਕੈਟੇਗਰੀ 'ਚ ਫਾਲ ਕਰਦਾ ਤੇ ਕਿਉਂ ਨਹੀਂ ਕਰ ਸਕਦਾ? ਮੇਰਾ ਇੱਕ ਸਿੰਪਲ ਕੁਐਸਚਨ ਹੈ ਕਿ ਕੋਈ ਚੰਗੇ ਘਰ ਦਾ ਰੱਜਿਆ ਪੁੱਜਿਆ ਬੰਦਾ ਜੇ ਪੁਲਿਸ ਦੀ ਨੌਕਰੀ 'ਚ ਜਾਏ ਤੇ ਲੋਕਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਭਾਈ ਇਹ ਬੰਦੇ ਨੂੰ ਕੋਈ ਚੀਜ਼ ਦੀ ਭੁੱਖ ਨਹੀਂ ਹੈ, ਇਹ ਕਰਪਟ ਨਹੀਂ ਹੋਊਗਾ। ਜੇ ਮੈਂ ਆਪਣੇ ਐਸ਼ੋ ਆਰਾਮ ਦੀ ਜ਼ਿੰਦਗੀ, ਉੱਦਾਂ ਮੈਂ ਬਾਲੀਵੁੱਡ 'ਚ ਵੀ ਕੰਮ ਕਰਦਾ, ਬਟ ਜੇ ਮੈਂ ਇਹੋ ਜਿਹਾ ਲਗਜ਼ਰੀ ਲਾਈਫ ਸਟਾਈਲ ਗਿਵ ਅਪ ਕਰਕੇ ਵਾਈ ਕੈਨ ਆਈ ਨਾਟ? ਇਹੋ ਜਿਹਾ ਕਿਹੜਾ ਰੂਲ ਹੈ ਜਿਹੜਾ ਕਹਿੰਦਾ ਕਿ ਯਾਰ ਕੋਈ ਬੰਦਾ ਰੋਲੈਕਸ ਦੀ ਘੜੀ ਨਹੀਂ ਪਾ ਸਕਦਾ? ਮੇਰੇ ਬਾਜਵਾ ਸਾਹਿਬ ਜੀ ਪਿਓ ਨੇ, ਉਹਨਾਂ ਨੇ ਆਪਣੇ ਹੱਕ ਦੀ ਕਮਾਈ ਕਰੀ ਹੈ, ਆਪਾਂ ਕਿਸੇ ਤੋਂ ਖੋਈ ਥੋੜੀ ਹੈ। ਉਹਨਾਂ ਦੇ ਹੱਕ ਦੀ ਕਮਾਈ ਹੈ। ਜਦੋਂ ਉਹ ਮੇਰੀ ਉਮਰ ਦੇ ਸੀਗੇ, ਸਾਡੇ ਦਾਰ ਜੀ ਦੀ ਸ਼ਹਾਦਤ ਹੋ ਗਈ। ਇਸ ਯੰਗ ਉਮਰ 'ਚ ਖੁਦਾ ਨਾ ਖਾਸਤਾ ਕਿਸੇ ਨਾਲ ਇੱਦਾਂ ਦਾ ਹੋਏ ਤੇ ਪਰਿਵਾਰ ਰੁੱਲ ਜਾਂਦੇ ਨੇ। ਸਾਡਾ ਪਰਿਵਾਰ ਉੱਦਾਂ ਹੀ ਪੋਲੀਟੀਕਲੀ ਵੀ ਪਿੱਛੇ ਹੋ ਗਿਆ 10 ਸਾਲ, ਕਿਉਂਕਿ ਬਾਜਵਾ ਸਾਹਿਬ ਉਸ ਟਾਈਮ 'ਤੇ ਇੰਨੇ ਉੱਚੇ ਅਹੁਦੇ ਦੇ ਲੀਡਰ ਸੀਗੇ। The whole scenario could have been different. My father made his own mark in this country, in this state. What is so wrong if he did well for himself? What is so wrong that if I also fall under the category where I can get a job? ਇਹਦੇ ਵਿੱਚ ਕਿੱਥੇ ਲਿਖਿਆ ਹੈ ਕਿ ਬਈ ਤੁਸੀਂ ਇਹ ਕਰ ਨਹੀਂ ਸਕਦੇ? ਪਰ ਤੁਹਾਡੇ ਹੀ ਪਾਰਟੀ ਦੇ ਜਿਹੜੇ ਬਹੁਤ ਸਾਰੇ ਲੋਕ ਨੇ ਉਹਨਾਂ ਨੇ ਸਵਾਲ ਉਠਾਏ ਇਹਦੇ ਤੇ। ਉਸ ਤੋਂ ਬਾਅਦ ਸਵਾਲ ਉੱਠਣੇ ਬਹੁਤ ਜ਼ਿਆਦਾ ਸ਼ੁਰੂ ਹੋਏ ਫਿਰ ਮੀਡੀਆ ਦੇ ਵਿੱਚ, ਕਿਉਂਕਿ ਜਦੋਂ ਤੁਹਾਡੀ ਪਾਰਟੀ ਦੇ ਲੀਡਰਸ ਆਉਣਗੇ ਸਾਹਮਣੇ ਬੋਲਣਗੇ ਫਿਰ ਸਵਾਲ ਨੈਚੁਰਲ ਜੀ ਗੱਲ ਹੈ ਉੱਠਣਗੇ। ਉਹਦੇ 'ਚ ਹੁਣ ਸੁਨੀਲ ਜਾਖੜ ਹੋਰਾਂ ਨੇ, ਨਵਜੋਤ ਸਿੰਘ ਸਿੱਧੂ, ਈਵਨ ਤੁਹਾਡੇ ਤਾਇਆ ਜੀ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਵੀ ਕਿਹਾ ਕਿ ਸ਼ਾਇਦ ਇਹ ਨੌਕਰੀ ਕਿਸੇ ਜ਼ਰੂਰਤਮੰਦ ਨੂੰ ਮਿਲ ਜਾਣੀ ਚਾਹੀਦੀ ਹੈ। ਜਿਹੜਾ ਲਾਸਟ ਆਫ ਦਾ ਲਾਈਨ 'ਤੇ ਖੜਾ ਹੈ, ਫਸਟ ਜਿਹੜਾ ਖੜਾ ਹੈ ਉਹਨੂੰ ਨਹੀਂ ਮਿਲਣੀ ਚਾਹੀਦੀ, ਬਿਕੋਜ਼ ਯੂ ਆਰ ਫਰੋਮ ਅ ਪ੍ਰਿਵਿਲੇਜਡ ਫੈਮਿਲੀ, ਤਾਂ ਤੁਹਾਨੂੰ ਇਹ ਆਪਣੇ ਆਪ ਗਿਵ ਅਪ ਕਰਨਾ ਚਾਹੀਦਾ। ਸਰ ਆਪਾਂ ਕਰਤੀ ਗਿਵ ਅਪ। ਆਪਾਂ ਕੈਬਨਿਟ ਮੀਟਿੰਗ ਤੋਂ ਪਹਿਲਾਂ ਹੀ ਡਿਸਾਈਡ ਕੀਤਾ ਹੋਇਆ ਸੀ ਕਿ ਆਪਾਂ ਲੈਣੀ ਨਹੀਂ। ਬਾਜਵਾ ਸਾਹਿਬ ਨੂੰ ਇੰਨਾ ਭਰੋਸਾ ਹੋਣਾ ਚਾਹੀਦਾ ਸੀਗਾ ਆਪਣੇ ਭਤੀਜੇ ਦੇ ਕਿ ਯਾਰ ਇਹੋ ਜਿਹੇ ਕੰਮ ਨਹੀਂ ਕਰੂਗਾ ਇਹ। ਸੋ ਹੀ ਕੁਡ ਹੈਵ ਸਪੋਕਨ ਟੂ ਅਸ ਅਬਾਊਟ ਇਟ ਰਾਦਰ ਦੈਨ ਸੇਇੰਗ ਇਟ ਇਨ ਦ ਮੀਡੀਆ। ਆਈ ਥਿੰਕ ਉਹ ਗੱਲ ਬੈਟਰ ਸੁਲਝ ਜਾਂਦੀ। ਤੇ ਕੋਈ ਲੋੜ ਨਹੀਂ ਸੀਗੀ ਇਹੋ ਜਿਹੇ ਬਿਆਨ ਦੀ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਸਾਡੇ ਵਿੱਚ ਸਤਨਾਮ ਸਿੰਘ ਬਾਜਵਾ ਜੀ ਦਾ ਖੂਨ ਚੱਲਦਾ। ਅਸੀਂ ਇਹੋ ਜਿਹੇ ਲੋ ਲੈਵਲ ਦੀ ਰਾਜਨੀਤੀ ਕਰਕੇ ਤੇ ਇਹਨਾਂ ਐਲੀਗੇਸ਼ਨਸ ਹੈ ਕਿ ਕਦੇ ਵੀ ਕੋਈ ਕੰਮ ਨਹੀਂ ਕਰਾਂਗੇ। ਆਪਾਂ ਦੇਣ ਵਾਲੇ ਬੰਦੇ ਹਾਂ, ਆਪਾਂ ਸ਼ਹਾਦਤਾਂ ਦੇਣ ਵਾਲੇ ਬੰਦੇ ਹਾਂ। ਨੌਕਰੀ ਬਹੁਤ ਛੋਟੀ ਚੀਜ਼ ਹੈ ਸਰ, ਬਹੁਤ ਛੋਟੀ ਚੀਜ਼ ਹੈ। 100 ਵਾਰੀ ਇਹੋ ਜਿਹੀ ਗੱਲ ਹੋਏ ਮੈਂ 100 ਵਾਰੀ ਦੇਣ ਨੂੰ ਤਿਆਰ ਹਾਂ। ਮੈਂ ਕਹਿੰਦਾ ਲੋੜਵੰਦ ਬੱਚਿਆਂ ਨੂੰ ਦਿਓ,
ਲੋੜਵੰਦ ਪਰਿਵਾਰਾਂ ਨੂੰ ਦਿਓ। ਆਈ ਐਮ ਫॉर ਇਟ, ਆਈ ਐਮ ਨਾਟ ਅਗੇਂਸਟ ਇਟ, ਆਈ ਐਮ ਸੈਟਿੰਗ ਅ ਪ੍ਰੈਸੀਡੈਂਟ ਟੁਡੇ। ਕੀ ਸਾਰੇ ਫੋਲੋ ਕਰਨਗੇ ਤਾਂ ਪਰ ਇਹ ਗਲਤੀ ਹੋਈ ਫਿਰ ਕਿ ਇਹ ਐਕਸੈਪਟ ਹੀ ਨਹੀਂ ਕਰਨਾ ਚਾਹੀਦਾ ਸੀ। ਐਕਸੈਪਟ ਤਾਂ ਕੀਤਾ ਹੀ ਨਹੀਂ ਸਰ, ਕਿੱਥੇ ਐਕਸੈਪਟ ਮਤਲਬ ਕੈਬਨਿਟ ਦੇ ਵਿੱਚ ਆਇਆ, ਤੁਹਾਨੂੰ ਬਾਜਵਾ ਸਾਹਿਬ ਨੂੰ ਹੋ ਸਕਦਾ ਪੁੱਛ ਕੇ ਆਇਆ ਹੋਵੇ, ਇਹ ਗੱਲ ਹੋਈ ਹੋਵੇ। ਸਰ ਜਿੱਦਾਂ ਤੁਹਾਨੂੰ ਕਿਹਾ ਕਿ ਬਾਜਵਾ ਸਾਹਿਬ ਨੇ ਕੈਬਨਿਟ ਤੋਂ ਪਹਿਲਾਂ ਹੀ ਸੀਐਮ ਸਾਹਿਬ ਨੂੰ ਮੈਸੇਜ ਕਰਤਾ ਸੀਗਾ, ਉਹਨਾਂ ਕੋਲ ਪ੍ਰੂਫ ਵੀ ਹੈਗੇ ਨੇ, ਤੁਸੀਂ ਸੀਐਮ ਸਾਹਿਬ ਨੂੰ ਪੁੱਛ ਲਿਓ। ਇਹਨਾਂ ਨੇ ਮੈਸੇਜ ਕਰਤਾ ਸੀ ਕਿ ਸਰ ਵੀ ਡੂ ਨਾਟ ਵਾਂਟ ਦਿਸ ਜੌਬ। ਸੋ ਗੱਲ ਸੀਗੀ ਨਹੀਂ, ਕਦੇ ਆਪਾਂ ਐਕਸੈਪਟ ਹੀ ਨਹੀਂ ਕੀਤੀ। ਤੇ ਫਿਰ ਇਹਦੇ ਨਾਲ ਮਤਲਬ ਤੁਹਾਡੀ ਫੈਮਿਲੀ ਤੇ ਬਹੁਤ ਸਾਰੇ ਸਵਾਲ ਉੱਠੇ, ਜੇ ਇਹ ਨਾ ਹੀ ਹੁੰਦਾ ਤਾਂ ਸ਼ਾਇਦ ਇਹ ਸਵਾਲ ਵੀ ਨਾ ਉੱਠਦੇ। ਨਹੀਂ ਸਰ, ਆਈ ਥਿੰਕ ਦੈਟ ਕੈਪਟਨ ਸਾਹਿਬ ਡਿਡ ਐਨ ਆਨਰ, ਹੀ ਰੈਕਗਨਾਈਜ਼ਡ ਮਾਈ ਗ੍ਰੈਂਡਫਾਦਰ ਸੈਕਰੀਫਾਈਸ। ਇਟਸ ਅ ਬਿਗ ਡੇ ਫॉर ਅਸ। ਠੀਕ ਹੈ, ਉਹਨਾਂ ਨੇ ਉਹਨਾਂ ਦਾ ਆਨਰ ਕੀਤਾ, ਸਾਨੂੰ ਆਫਰ ਕੀਤੀ ਬਟ ਅਸੀਂ ਰਿਜੈਕਟ ਕਰਤੀ। ਤੋ ਆਈ ਥਿੰਕ ਹੀ ਵਾਸ ਰਾਈਟ ਇਨ ਹਿਜ਼ ਓਨ ਵੇ ਐਂਡ ਸਾਨੂੰ ਇਹਦਾ ਕੋਈ ਨੁਕਸਾਨ ਨਹੀਂ ਹੈ ਸੀ ਜੇ ਸਾਨੂੰ ਆਪਾਂ ਇਹਦੇ ਤੋਂ ਆਈ ਥਿੰਕ ਬੈਟਰ ਹੀ ਉੱਭਰ ਕੇ ਆਏ ਆ ਬਾਹਰ ਕਿ ਅਸੀਂ ਕਿਹਾ ਕਿ ਬਈ ਜਿਹੜੇ ਲੋਕ ਅੰਗ ਹੋ ਤੁਹਾਡੀ ਯੂਥ ਕਾਂਗਰਸ ਦੇ ਵੱਲੋਂ ਬਹੁਤ ਸਾਰੇ ਸਵਾਲ ਉਠਾਏ ਗਏ। ਹਾਂਜੀ। ਬਰਿੰਦਰ ਸਿੰਘ ਢਿੱਲੋਂ ਨੇ ਵੀ ਸਵਾਲ ਉਠਾਏ, ਤਾਂ ਕੀ ਤੁਹਾਨੂੰ ਕੀ ਲੱਗਦਾ ਪਾਰਟੀ ਦੇ ਅੰਦਰੋਂ ਜਿਹੜੇ ਸਵਾਲ ਉੱਠ ਰਹੇ ਹੈਗੇ ਉਹਦੇ ਨਾਲ ਜ਼ਿਆਦਾ ਨੁਕਸਾਨ ਹੋਇਆ? ਨੁਕਸਾਨ ਦੀ ਗੱਲ ਹੀ ਨਹੀਂ, ਮੈਂ ਕਹਿੰਦਾ ਬਹੁਤ ਹੀ ਅਨਫੋਰਚੂਨੇਟ ਹੈ ਕਿ ਉਹ ਵੀ ਯੰਗ ਨੇ। ਮੈਂ ਆਈ ਵਾਸ ਆਲਸੋ ਨਾਟ ਬੋਰਨ ਐਟ ਦੈਟ ਟਾਈਮ, ਉਹ ਵੀ ਨਹੀਂ ਪੈਦਾ ਹੋਏ ਸੀ ਉਦੋਂ। ਤੇ ਉਹਨਾਂ ਨੂੰ ਸ਼ਹਾਦਤਾਂ ਬਾਰੇ ਕੀ ਪਤਾ, ਉਹਨਾਂ ਨੂੰ ਕੀ ਪਤਾ ਕਿ ਜਿਹੜੇ ਬੱਚਿਆਂ ਨੂੰ ਆਪਣੇ ਦਾਦੇ ਦਾ ਪਿਆਰ ਨਹੀਂ ਨਸੀਬ ਹੋਇਆ, ਉਹ ਕੌਣ ਹੁੰਦੇ ਆ ਕਹਿਣ ਵਾਲੇ। ਸੋ ਇਫ ਯੂ ਡੋਂਟ ਨੋ ਦੈਨ ਡੋਂਟ ਟਾਕ, ਦੈਟਸ ਮਾਈ ਓਨਲੀ ਰਿਕੁਐਸਟ ਟੂ ਹਿਮ ਕਿ ਜੇ ਤੁਹਾਨੂੰ ਫੈਕਟ ਹੀ ਨਹੀਂ ਪਤਾ ਤੇ ਉੱਦਾਂ ਬੋਲਣ ਦਾ ਕੀ ਫਾਇਦਾ ਫਿਰ। ਅੱਛਾ, ਕਰੀਬ 2000 ਹੋਰ ਫੈਮਲੀਆਂ ਹੋਣਗੀਆਂ ਹਾਂਜੀ ਜਿਹੜੀਆਂ ਟੈਰਰਿਜ਼ਮ ਦੇ ਦੌਰਾਨ ਵਿਕਟਿਮਸ ਨੇ। ਰਾਈਟ। ਤੁਹਾਡੇ ਦਾਦਾ ਜੀ ਵੇਲੇ ਵੀ 6 ਹੋਰ ਲੋਕ ਸੀ Right. ਜਿਹੜੇ ਇਸ ਪੂਰੇ ਐਪੀਸੋਡ, ਉਹ ਜਿਹੜਾ ਅਨਫੋਰਚੂਨੇਟ ਐਪੀਸੋਡ ਹੋਇਆ ਉਹਦੇ ਚ ਸੀਗਾ। ਤਾਂ ਵਾਈ ਨਾਟ ਦੇ, ਸਿਰਫ ਤੁਸੀਂ ਕਿਉਂ ਪਿਕਡ ਅਪ ਐਂਡ ਚੋਜ਼ਨ ਫॉर ਦਿਸ? ਸਰ ਜਿੱਦਾਂ ਕਿ ਫਾਦਰ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਨਾਲ ਜਿਹੜੇ ਪੁਲਿਸ ਅਫਸਰ ਸੀਗੇ ਉਹਨਾਂ ਦੀ ਵਾਈਫ ਨੂੰ ਰਿਕਰੂਟ ਕੀਤਾ ਗਿਆ, ਪੈਨਸ਼ਨ ਵੀ ਲਵਾਈ ਗਈ ਉਹਨਾਂ ਦੀ, ਸਾਰਾ ਕੁਝ ਕੀਤਾ। ਬਾਕੀ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਦੇ ਪ੍ਰਾਈਵੇਟ ਕੋਈ ਦੋਸਤ ਸੀਗੇ, ਕੁਝ ਸੀਗੇ, ਉਹਨਾਂ ਦੇ ਬੱਚੇ ਬਾਹਰ ਸੈਟਲ ਹੋ ਚੁੱਕੇ ਨੇ ਹੁਣ। ਸੋ we are still roaming around over here and we have a right to claim it which we are not taking it anymore. So ਇਹਦੇ ਵਿੱਚ ਕੋਈ ਬਾਇਸਡ ਗੱਲ ਤਾਂ ਹੈਗੀ ਹੋਈ ਨਹੀਂ, ਇਹ ਫੈਕਟ ਦੀ ਗੱਲ ਹੈ। ਤੇ ਜੇ ਫੈਕਟ ਇਹਨਾਂ ਨੂੰ ਕਵਰੇਜ ਮਿਲ ਰਹੀ ਹੈ, ਇਹਨਾਂ ਨੂੰ ਆਪਣੀ ਸਿਆਸੀ ਰੋਟੀਆਂ ਸੇਕਣ ਦਾ ਬਹੁਤ ਮਜ਼ਾ ਆ ਰਿਹਾ ਕਿ ਵੀ ਬਾਜਵਾ ਨੂੰ ਟਾਰਗੇਟ ਕਰੋ ਤੇ ਵੀ ਸਾਨੂੰ ਮਾਈਲੇਜ ਮਿਲੂਗੀ, ਤੇ ਬਹੁਤ ਸੈਡ ਗੱਲ ਹੈ। ਵਿਰੋਧੀ ਜਿਹੜੀਆਂ ਪਾਰਟੀਆਂ ਨੇ, ਚਾਹੇ ਸੁਖਬੀਰ ਸਿੰਘ ਬਾਦਲ ਨੇ, ਬਿਕਰਮ ਸਿੰਘ ਮਜੀਠੀਆ ਨੇ, ਉਹਨਾਂ ਨੇ ਬਹੁਤ ਸਾਰੇ ਸਵਾਲ ਉਠਾਏ ਕਿ ਇਹ ਤਾਂ ਮਤਲਬ ਬਹੁਤ ਗਲਤ ਹੋਣਾ ਜਾ ਰਿਹਾ ਹੈਗਾ, ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ, ਇਹ ਤਾਂ ਆਪਣਿਆਂ ਨੂੰ ਰਿਓੜੀਆਂ ਵੰਡੀਆਂ ਜਾ ਰਹੀਆਂ। ਹਾਂਜੀ, ਤੇ ਜਿੱਦਾਂ ਫਾਦਰ ਸਾਹਿਬ ਨੇ ਕਿਹਾ ਕਿ ਪੂਰਾ ਅਕਾਲੀ ਦਲ ਹੀ ਨੈਪੋਟਿਜ਼ਮ ਦੀ ਬੇਸ ਆ। ਪ੍ਰਕਾਸ਼ ਸਿੰਘ ਬਾਦਲ 5 ਟਾਈਮ ਸੀਐਮ, ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ, ਪਾਰਟੀ ਪ੍ਰੈਜ਼ੀਡੈਂਟ, ਹਰਸਿਮਰਤ ਬਾਦਲ ਯੂਨੀਅਨ ਮਿਨਿਸਟਰ, ਇਹਨਾਂ ਦੇ ਆਦੇਸ਼ ਪ੍ਰਤਾਪ ਕੈਰੋਂ ਫੂਡ ਮਿਨਿਸਟਰ, ਬਿਕਰਮ ਸਿੰਘ ਮਜੀਠੀਆ ਸਾਹਿਬ ਆਪਣਾ ਰੈਵਨਿਊ ਮਿਨਿਸਟਰ, ਫਾਈਨੈਂਸ ਮਿਨਿਸਟਰ, ਹੈ ਨਾ। ਸੋ ਇਹ ਕੀ ਨੈਪੋਟਿਜ਼ਮ ਦੀਆਂ ਗੱਲਾਂ ਕਰਦੇ, ਇਹ ਤਾਂ ਜਿਨ੍ਹਾਂ ਦੇ ਟੱਬਰ ਨੇ ਸਾਰਾ ਪੰਜਾਬ ਹੀ ਰੋਲਤਾ, ਇਹ ਸਾਨੂੰ ਪਾਠ ਪੜ੍ਹਾਉਂਦੇ ਨੇ। ਪਹਿਲੇ ਆਪਣੇ ਵੱਲ ਤਾਂ ਦੇਖ ਲਓ ਯਾਰ, ਮੈਂ ਕਹਿੰਦਾ ਸ਼ਰਮ ਕਰੋ ਤੁਸੀਂ, ਕਿਹੋ ਜਿਹੇ ਇੰਨੇ ਉੱਚੇ ਅਹੁਦੇ ਤੁਸੀਂ ਸਾਂਭੇ ਹੈ ਤੇ ਕੁਝ ਬੋਲਣ ਪਹਿਲਾਂ ਯਾਰ ਥੋੜਾ ਤਾਂ ਸੋਚੋ, ਉਮਰ 'ਚ ਕਿੰਨੇ ਵੱਡੇ ਹੋ ਤੇ ਇੰਨੀ ਜੀ ਸੋਚ ਲੈ ਕੇ ਚੱਲੇ ਹੋਏ ਹੋ। ਚਲੋ ਬਹੁਤ ਸ਼ੁਕਰੀਆ ਅਰਜੁਨ ਇਸ ਗੱਲਬਾਤ ਲਈ। ਇਹ ਸਨ ਅਰਜੁਨ ਪ੍ਰਤਾਪ ਸਿੰਘ, ਜਿਨ੍ਹਾਂ ਨੂੰ ਪੁਲਿਸ ਦੀ ਨੌਕਰੀ ਹੈ ਜਿਹੜੀ ਉਹ ਕੈਬਨਿਟ ਦੇ ਵਿੱਚ ਅਪਰੂਵ ਹੋਇਆ ਸੀ, ਪਰ ਇਹਨਾਂ ਦੇ ਵੱਲੋਂ ਹੁਣ ਛੱਡ ਦਿੱਤੀ ਗਈ ਹੈ ਕਿਉਂਕਿ ਬਹੁਤ ਸਾਰੇ ਸਵਾਲ, ਬਹੁਤ ਸਾਰੀ ਪੋਲੀਟਿਕਸ ਹੈ ਜਿਹੜੀ ਇਸ ਤੇ ਉੱਠ ਗਈ। ਅਰਜੁਨ ਪ੍ਰਤਾਪ ਸਿੰਘ ਤੇ ਵੀ ਇਹੀ ਗੱਲ ਜਿਹੜੀ ਵਾਰ-ਵਾਰ ਹੁਣ ਕਈ ਵਾਰੀ ਚੀਜ਼ਾਂ ਸਿੰਬਲਾਈਜ਼ ਹੋ ਜਾਂਦੀਆਂ। ਅਰਜੁਨ ਪ੍ਰਤਾਪ ਸਿੰਘ ਰੋਲੈਕਸ ਦੀ ਵਾਚ ਪਾਉਂਦੇ ਹੈ ਤੇ ਉਹਨਾਂ ਤੋਂ ਉਹੀ ਸਵਾਲ ਸੀ ਕਿ 40-50 ਹਜ਼ਾਰ ਦੀ ਨੌਕਰੀ ਤੁਸੀਂ ਫਿਰ ਕਿਉਂ ਲੈਣੀ ਹੈ, ਪਰ ਉਹਨਾਂ ਦਾ ਕਹਿਣਾ ਹੈ ਕਿ ਮੈਂ ਜੇ ਰੋਲੈਕਸ ਦੀ ਵਾਚ ਪਾਉਣਾ ਹੈ ਤਾਂ ਮੈਂ ਸ਼ਾਇਦ ਵਧੀਆ ਤਰੀਕੇ ਦੇ ਨਾਲ ਨੌਕਰੀ ਕਰ ਸਕਦਾ, ਮੈਨੂੰ ਉਸ ਤਰ੍ਹਾਂ ਦੀ ਕੋਈ ਭੁੱਖ ਨਹੀਂ ਹੈ ਜਿਹੜੀ ਅੱਜ ਕਰਪਸ਼ਨ ਦੇ ਰੂਪ 'ਚ ਦਿਖਾਈ ਦਿੰਦੀ ਹੈ। ਸੋ ਅੱਜ ਫਤਿਹਜੰਗ ਸਿੰਘ ਬਾਜਵਾ, ਉਹਨਾਂ ਦੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜੀ ਪੁਲਿਸ ਦੀ ਨੌਕਰੀ ਸੀ ਉਹ ਗਿਵ ਅਪ ਕਰਤੀ ਹੈ। ਉਹਨਾਂ ਨੇ ਐਲਾਨ ਪਹਿਲਾਂ ਹੀ ਕਰਤਾ ਸੀ, ਅੱਜ ਆਫੀਸ਼ੀਅਲੀ ਪ੍ਰੈਸ ਕਾਨਫਰੰਸ ਕੀਤੀ ਹੈ। ਸਾਡੇ ਨਾਲ ਫਤਿਹਜੰਗ ਸਿੰਘ ਬਾਜਵਾ ਦੇ ਵੱਡੇ ਬੇਟੇ ਨੇ ਕੰਵਰ ਪ੍ਰਤਾਪ ਸਿੰਘ ਬਾਜਵਾ, ਉਹ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਸ ਦੌਰਾਨ ਪੂਰਾ ਜੋ ਪੋਲੀਟਿਕਸ ਹੋਈ ਹੈ ਜਾਂ ਫਿਰ ਬਾਜਵਾ ਪਰਿਵਾਰ ਤੇ ਵੀ ਜਿਸ ਤਰ੍ਹਾਂ ਦੇ ਸਵਾਲ ਉੱਠੇ ਨੇ ਜਾਂ ਇਹਦੇ ਪਿੱਛੇ ਦੀ ਪੋਲੀਟਿਕਸ ਤੇ, ਕੰਵਰ ਤੁਸੀਂ ਖੁਦ ਵੀ ਪੋਲੀਟਿਕਸ ਦੇ ਵਿੱਚ ਸਰਗਰਮ ਹੋ। ਪਹਿਲਾ ਤਾਂ ਸਵਾਲ ਇਹ ਹੈ ਕਿ ਇਸ ਨੌਕਰੀ ਦੀ ਸ਼ੁਰੂਆਤ ਹੈ ਜਿਹੜੀ, ਜਿਵੇਂ ਚਰਚਾ ਇਹਦੀ ਜਦੋਂ ਛਿੜੀ ਉਸ ਤੋਂ ਬਾਅਦ ਕੈਬਨਿਟ ਦੇ ਵਿੱਚ ਲਿਆਂਦਾ ਗਿਆ ਨੋਟ, ਕਿਤੇ ਇਹ ਤਾਂ ਨਹੀਂ ਕਿ ਬਾਜਵਾ ਖੇਮਾ ਜਾਂ ਜਿਹੜਾ ਬਾਜਵਾ ਕੈਂਪ ਸੀ ਉਹਨੂੰ ਅਲੱਗ ਥਲੱਗ ਕਰਨ ਦੀ ਇੱਕ ਪਲਾਨ ਸੀਗਾ? ਕਿ ਮੈਨੂੰ ਕਿ ਅਗਰ ਆਪਾਂ ਇਹ ਕੈਬਨਿਟ ਦੇ ਵਿੱਚ ਫੈਸਲਾ ਲਿਆ ਗਿਆ ਤੇ ਉਹ ਤਾਂ ਕੈਬਨਿਟ ਦੇ ਥਰੂ ਹੀ ਜਾਣਾ ਸੀ ਜੀ।
ਇਹਦੇ ਵਿੱਚ ਟਾਈਮਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਮੇਨ ਟਾਈਮਿੰਗ ਦੀ ਐਂਡ ਮਤਲਬ ਇਹ ਜਿਸ ਤਰੀਕੇ ਦੇ ਨਾਲ ਸਭ ਕੁਝ ਹੋਇਆ ਕਿ ਇਹ ਤਾਂ ਨਹੀਂ ਕਿ ਬਾਜਵਾ ਕੈਂਪ ਹੈ ਜਿਹੜਾ ਇਹ ਸਾਰਿਆਂ ਦੇ ਮਨ 'ਚ ਡਾਊਟ ਹੈ ਕਿ ਜੀ ਇਹਨਾਂ ਨੂੰ ਖੁਸ਼ ਕਰਨ ਲਈ ਜਾਂ ਦਿੱਲੀ ਦੀ ਰਾਜਨੀਤੀ ਨਾਲ ਇਹਨਾਂ ਦਾ ਕੋਈ ਜੌਬ ਦਾ ਸੰਬੰਧਿਤ ਸੀਗਾ। ਨਹੀਂ ਮੈਂ ਇਹ ਕਹਿ ਰਿਹਾ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਇਸ ਵਕਤ ਥੋੜੀ ਮੁਸ਼ਕਿਲ 'ਚ ਹੈਗੇ ਆ, ਬਹੁਤ ਸਾਰੇ ਬੰਦੇ ਨੇ, ਬਹੁਤ ਸਾਰੀਆਂ ਆਵਾਜ਼ਾਂ ਨੇ ਜਿਹੜੀਆਂ ਉਹਨਾਂ ਦੇ ਖਿਲਾਫ ਉੱਠ ਰਹੀਆਂ ਨੇ, ਕਿਤੇ ਇਹ ਤਾਂ ਨਹੀਂ ਕਿ ਇੱਕ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਮਜ਼ਬੂਤ ਖੇਮਾ ਸੀ, ਕਿਸੇ ਉਸ ਖੇਮੇ ਨੂੰ ਅਲੱਗ ਥਲੱਗ ਕਰਨ ਦੇ ਲਈ, ਤੁਹਾਨੂੰ ਸੋਸ਼ਲੀ ਡਾਊਨ ਕਰਨ ਦੇ ਲਈ ਜਾਂ ਲੈਟ ਡਾਊਨ ਕਰਨ ਦੇ ਲਈ ਇਹ ਸਾਰਾ ਫੈਸਲਾ ਹੋਇਆ ਤੇ ਇਦਾਂ ਆਇਆ ਤੇ ਹਾਈਪੋਥੈਟਿਕਲ ਅਗਰ ਆਪਾਂ ਇਹ ਵੈਬ ਸੀਰੀਜ਼ ਬਣਾ ਰਹੇ ਹਾਂ, ਕੋਈ ਪਿਕਚਰ ਬਣਾ ਰਹੇ ਹਾਂ, ਉਹਦੇ ਵਿੱਚ ਇਹ ਟਵਿਸਟ ਜਿਹਾ ਹੋ ਸਕਦਾ, ਪਰ ਇਹ ਫਿਲਮੀ ਸਟੋਰੀ ਲੱਗਦੀ ਨਹੀਂ। ਇਹ ਪੋਲਿਟਿਕਸ ਇਜ਼ ਫਾਰ ਫਰੋਮ ਰਿਐਲਿਟੀ ਵਾਟ ਪੀਪਲ ਥਿੰਕ। ਬੰਦੇ ਸੋਚਦੇ ਨੇ ਇਹ ਤੇ ਮਹਿਲਾਂ 'ਚ ਰਹਿੰਦੇ ਹੋਣੇ, ਇਦਾਂ ਕਰਦੇ ਹੋਣੇ, ਉਹਦੇ ਪਿੱਛੇ ਜਿਹੜਾ ਖੂਨ ਪਸੀਨਾ ਲੱਗਦਾ, ਮਿਹਨਤ ਲੱਗਦੀ ਹੈ, ਉਹ ਕੋਈ ਨਹੀਂ ਵੇਖਦਾ। ਸਟਰਗਲ ਬਹੁਤ ਹੁੰਦੀ ਉਹਦੇ ਪਿੱਛੇ। ਇਹੋ ਜੀ ਇਹ ਸਭ ਤੋਂ ਲੋਐਸਟ ਐਲੀਗੇਸ਼ਨ ਮੈਂ ਅੱਜ ਤੱਕ ਵੇਖੀ ਹੈ ਆਪਣੇ ਪੋਲੀਟੀਕਲ ਕਰੀਅਰ 'ਚ, ਮੈਂ ਕਹਿ ਸਕਦਾ। ਪਰ ਇਹੋ ਜੀ ਐਲੀਗੇਸ਼ਨਸ ਲੋਕਾਂ, ਪਾਰਟੀ, ਐਂਟੀ ਪਾਰਟੀ, ਵਿਰੋਧੀਆਂ ਦੀ ਐਲੀਗੇਸ਼ਨਸ ਲੱਗਦੀਆਂ ਰਹਿੰਦੀਆਂ ਤੇ ਜਿਹੜਾ ਉਹਨਾਂ ਦੀ ਤੁਸੀਂ ਖੇਮਾ ਕਮਜ਼ੋਰ ਕਰਨ ਦੀ ਗੱਲ ਕਰੇ, ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ। ਕਾਂਗਰਸ ਕੈਂਪ ਹੈਗਾ, ਨਾ ਕੋਈ ਬਾਜਵਾ ਕੈਂਪ ਹੈ, ਨਾ ਕੋਈ ਹੋਰ ਕੈਂਪ ਹੈ, ਸਿਰਫ ਇਹ ਕਾਂਗਰਸ ਕੈਂਪ ਹੈ। ਇਹ ਸਾਰਾ ਯੂਨਾਈਟਿਡ ਹੈ ਕੈਪਟਨ ਅਮਰਿੰਦਰ ਸਿੰਘ ਜੀ ਦੀ ਲੀਡਰਸ਼ਿਪ ਥੱਲੇ। ਠੀਕ ਹੈ, ਪਰ ਨਵਜੋਤ ਸਿੰਘ ਸਿੱਧੂ ਅਲੱਗ ਬੋਲਦੇ ਆ, ਪ੍ਰਤਾਪ ਸਿੰਘ ਬਾਜਵਾ ਤੁਹਾਡੇ ਤਾਇਆ ਜੀ ਨੇ ਉਹ ਵੀ ਅਲੱਗ ਬੋਲਦੇ ਆ, ਕੈਪਟਨ ਅਮਰਿੰਦਰ ਸਿੰਘ ਤੋਂ ਅਲੱਗ ਸਟੈਂਡ ਲੈਂਦੇ ਆ, ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਅਲੱਗ ਸਟੈਂਡ ਲੈਂਦੇ ਆ। ਤੁਹਾਡੀ ਨੌਕਰੀ ਨੂੰ ਲੈ ਕੇ ਵੀ ਬਹੁਤ ਸਾਰੇ ਲੋਕਾਂ ਨੇ ਅਲੱਗ ਸਟੈਂਡ ਲਿਆ, ਸੋ ਇਸ ਕਰਕੇ ਆਵਾਜ਼ਾਂ ਤਾਂ ਹੈਗੀਆਂ ਨੇ। ਇਹ ਤਾਂ ਮਤਲਬ ਆਪਾਂ ਅਗਰ ਤੁਸੀਂ, ਮੈਂ ਤੁਹਾਨੂੰ ਇਹੀ ਪਹਿਲਾਂ ਇੱਕ ਗੱਲ ਦੱਸੀ ਸੀ ਕਿ ਜੋ ਸ਼ੀਸ਼ੇ ਕੇ ਘਰੋਂ में रहते हैं वो दूसरों पे पत्थर नहीं मानते। ਤੁਸੀਂ ਮੈਨੂੰ ਕੈਟੇਗੋਰੀਕਲੀ ਪੁੱਛ ਲਓਗੇ, ਮੈਂ ਕੈਟੇਗੋਰੀਕਲੀ ਸਾਰਾ ਦਾ ਜਵਾਬ ਦੇ ਦਾਂਗਾ ਕਿ ਜੋ ਜਿਨ੍ਹਾਂ ਨੇ ਐਲੀਗੇਸ਼ਨ ਲਾਈ ਹੈ ਉਹਨਾਂ ਨੂੰ ਵੀ ਆਪਣੀ ਕ੍ਰੈਡੀਬਿਲਿਟੀ ਤੇ ਐਬਿਲਿਟੀ ਦੱਸਣੀ ਚਾਹੀਦੀ ਹੈ। ਜਿਹੜੇ ਨੇ ਤੁਸੀਂ ਮੈਨੂੰ ਕੈਟੇਗੋਰੀਕਲੀ ਪੁੱਛ ਲਓ, ਮੈਂ ਤੁਹਾਨੂੰ ਕੈਟੇਗੋਰੀਕਲੀ ਨਵਜੋਤ ਸਿੰਘ ਸਿੱਧੂ ਸਭ ਤੋਂ ਪਹਿਲਾਂ ਆਉਂਦੇ ਆ, ਸੁਨੀਲ ਜਾਖੜ ਆਉਂਦੇ ਆ, ਰਵਨੀਤ ਬਿੱਟੂ ਆਉਂਦੇ ਆ, 2-3 ਨਾਮ ਨੇ। ਹਾਂਜੀ, ਨਹੀਂ ਰਵਨੀਤ ਬਿੱਟੂ ਜੀ ਨੇ ਸਪੋਰਟ ਕੀਤਾ ਤੇ ਉਹਨਾਂ ਨੇ ਤੇ ਕਲੀਅਰ ਕਿਹਾ ਸੀ ਕਿ ਉਹਨਾਂ ਦੇ ਤੇ ਆਪ ਬ੍ਰਦਰ ਨੂੰ ਡੀਐਸਪੀ ਦੀ ਨੌਕਰੀ ਤੇ ਪੰਜਾਬ ਗਵਰਨਮੈਂਟ ਦੁਆਰਾ ਲਾਇਆ ਗਿਆ ਸੀ। ਕਾਂਗਰਸ ਦੇ ਪ੍ਰਧਾਨ ਨੇ, ਯੂਥ ਕਾਂਗਰਸ ਦੇ ਪ੍ਰਧਾਨ ਜੀ, ਮੈਂ ਉਹਨਾਂ ਨੂੰ ਬੜੀ ਉਹਨਾਂ ਨੇ ਮੇਰੀ ਸਟੇਟਮੈਂਟ ਸੁਣੀ ਸੀ। ਉਹ ਕਹਿੰਦੇ ਜੀ ਕਿ ਜਿਹੜਾ ਲਾਸਟ ਇਨ ਲਾਈਨ ਹੋਣਾ ਚਾਹੀਦਾ ਉਹਨੂੰ ਪਹਿਲਾਂ ਰਿਕਗਨਾਈਜ਼ ਕੀਤਾ ਜਾਏ, ਇਹੀ ਸੀ ਮੇਰੇ ਖਿਆਲ ਸਟੇਟਮੈਂਟ। ਤੇ ਉਹ ਪਾਰਟੀ ਦੇ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ, ਉਹ ਫਰਸਟ ਇਨ ਲਾਈਨ ਨੇ। ਤੇ ਮੈਂ ਵੀ ਸੋਚਦਾ ਕਿ ਜਿਹੜਾ ਲਾਸਟ ਇਨ ਲਾਈਨ ਲੱਗਿਆ ਹੋਣਾ ਟਿਕਟ ਲਈ ਹੁਣ 2022 ਦੀ ਇਲੈਕਸ਼ਨ ਲਈ, ਉਹਨੂੰ ਪਹਿਲਾਂ ਦੇਣੀ ਚਾਹੀਦੀ ਹੈ। ਇਹਨਾਂ ਨੂੰ ਤੇ ਆਲਰੇਡੀ ਪਾਰਟੀ ਨੇ ਯੂਥ ਦਾ ਪ੍ਰਧਾਨ ਬਣਾਤਾ ਤੇ ਇਹਨਾਂ ਨੂੰ ਐਮਐਲਏ ਦੀ ਟਿਕਟ ਨਹੀਂ ਲੈਣੀ ਚਾਹੀਦੀ। ਫਿਰ ਸਾਨੂੰ ਕਿਹਾ ਗਿਆ ਕਿ ਤੁਸੀਂ ਵੋਲੰਟਰੀਲੀ ਗਿਵ ਅਪ ਕਰ ਦਿਓ, ਅਸੀਂ ਵੋਲੰਟਰੀਲੀ ਗਿਵ ਅਪ ਤੇ ਕਰ ਹੀ ਦਿੱਤੀ ਸੀ। ਸਾਡੇ ਥਿੰਕ ਹਾਂਜੀ, ਬਰਿੰਦਰ ਸਿੰਘ ਢਿੱਲੋਂ ਨੂੰ ਇਸ ਵਾਰ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਜਾਂ ਉਹਨਾਂ ਨੂੰ ਟਿਕਟ ਨਹੀਂ ਦੇਣੀ ਚਾਹੀਦੀ। ਪਾਰਟੀ ਪ੍ਰਧਾਨ ਦਾ ਕੰਮ ਕੀ ਹੁੰਦਾ ਹੈ? ਟਿਕਟਾਂ ਵੰਡਣਾ ਕਿ ਟਿਕਟਾਂ ਲੈਣਾ? ਉਹਨਾਂ ਨੇ ਇਹ ਕਿਹਾ ਨਾ ਕਿ ਜਿਹੜਾ ਲਾਸਟ ਇਨ ਲਾਈਨ ਹੁੰਦਾ ਉਹਨੂੰ ਟਿਕਟ ਦੇਣੀ ਚਾਹੀਦੀ, ਤੇ ਅਸੀਂ ਤਾਂ ਕਹਿੰਦੇ ਜਿਹੜਾ ਲਾਸਟ ਇਨ ਲਾਈਨ ਉਹਨੂੰ ਪਾਰਟੀ ਟਿਕਟ ਦੇਵੇ। ਜਿਹੜੇ ਫਰਸਟ ਇਨ ਲਾਈਨ ਉਹਨਾਂ ਨੂੰ ਲੈਣ ਦੀ ਕੀ ਲੋੜ ਹੈ? ਪਾਰਟੀ ਨੇ ਪ੍ਰੈਜ਼ੀਡੈਂਟ ਬਣਾਇਆ, ਜਦੋਂ ਇੱਕ ਵਾਰ ਟਰਮ ਖਤਮ ਹੋ ਜਾਊਗੀ ਫਿਰ ਸੋਚ ਲਾਂਗੇ, ਜਦੋਂ ਹੋਰ ਕੋਈ ਅਹੁਦਾ ਨਹੀਂ ਹੋਊਗਾ ਤੇ ਆਪਾਂ ਨਹੀਂ ਲਵਾਂਗੇ ਫਿਰ। ਠੀਕ ਹੈ। ਇਸ ਤੋਂ ਇਲਾਵਾ ਸੁਨੀਲ ਜਾਖੜ, ਕਿਉਂਕਿ ਸੁਨੀਲ ਜਾਖੜ ਤੁਹਾਡੇ ਏਰੀਆ 'ਚ ਜਾ ਕੇ ਇਲੈਕਸ਼ਨ ਲੜੇ ਆ ਮੈਂਬਰ ਆਫ ਪਾਰਲੀਮੈਂਟ, ਉਹਨਾਂ ਨੇ ਵੀ ਸਵਾਲ ਕਾਫੀ ਉਠਾਏ। ਹਾਂਜੀ, ਇਹ ਮਤਲਬ ਇਹ ਥੋੜਾ ਤੁਹਾਨੂੰ ਇਮੋਸ਼ਨਲੀ ਤੋੜਦਾ ਨਹੀਂ ਕਿ ਤੁਹਾਡੇ ਕੋਲੀਗਸ ਨੇ ਜਿਹੜੇ ਜਾਂ ਜਿਨ੍ਹਾਂ ਦੇ ਨਾਲ ਤੁਸੀਂ ਮਦਦ ਕੀਤੀ ਉਸ ਇਲੈਕਸ਼ਨ ਦੇ ਵਿੱਚ, ਉਹ ਸਭ ਤੋਂ ਪਹਿਲਾਂ ਆਏ, ਜਦ ਬਾਕੀ ਮਤਲਬ ਓਪੋਨੈਂਟਸ ਨੇ ਤਾਂ ਆਉਣਾ ਹੀ ਹੈ ਜਿਹੜੇ ਤੁਹਾਡੇ ਪੋਲੀਟੀਕਲ ਨੇ। मुसीबत में ये पता चलता है कि अपनों में गैर कौन है और गैरों में अपने कौन है। ਤੇ ਜਾਖੜ ਸਾਹਿਬ ਆਏ ਸੀ, 2 ਵਾਰ ਇਲੈਕਸ਼ਨ ਲੜੇ ਨੇ, ਅਸੀਂ ਉਹਨਾਂ ਲਈ ਡੋਰ ਟੂ ਡੋਰ ਗਏ ਆ ਤੇ ਉਹਨਾਂ ਨੇ, ਮੈਂ ਇਸ ਗੱਲ ਤੋਂ ਗਰੇਜ਼ ਨਹੀਂ ਕਰਾਂਗਾ, ਉਹਨਾਂ ਨੇ ਸਾਨੂੰ ਸ਼ਾਬਾਸ਼ੀ ਵੀ ਦਿੱਤੀ, ਥੈਂਕ ਵੀ ਕੀਤਾ ਸਾਨੂੰ ਪਰਸਨਲੀ ਕਿ ਜੀ ਤੁਸੀਂ ਮੇਰੇ ਲਈ ਬਹੁਤ ਹਾਰਡ ਵਰਕ ਕੀਤਾ। ਉਹਨਾਂ ਨੇ ਔਨ ਰਿਕਾਰਡ ਵੀ ਕਿਹਾ ਹੈ ਤੇ ਆਪਾਂ ਘਰ ਘਰ ਜਾ ਕੇ ਉਹਨਾਂ ਲਈ ਵੋਟਾਂ ਮੰਗੀਆਂ, ਕਾਂਗਰਸ ਪਾਰਟੀ ਲਈ ਕੰਮ ਕੀਤਾ। ਪਰ ਇੱਕ ਸੌਰੀ ਸਟੇਟ ਹੈ, ਦੇਖੋ ਕਿ ਆਪਾਂ ਅਗਰ ਤੇ ਆਪਾਂ ਸਿਫਾਰਸ਼ੀ ਤੌਰ ਤੇ ਅਰਜੁਨ ਨੂੰ ਨੌਕਰੀ ਦਵਾਈ ਹੁੰਦੀ ਤੇ ਮੈਂ ਮੰਨਦਾ ਕਿ ਉਹਨਾਂ ਦਾ ਸਵਾਲ ਜਾਇਜ਼ ਹੈ, ਪਰ ਸਾਡੇ ਲਈ ਅਸੀਂ ਇੱਕ ਵਿਕਟਮਾਈਜ਼ਡ ਫੈਮਿਲੀ ਹੈ, ਇੱਕ ਰਿਜ਼ਰਵਡ ਕੈਟੇਗਰੀ ਹੈ। ਵੀ ਆਰ ਨਾਟ ਟੇਕਿੰਗ ਐਨੀਬਡੀਜ਼ ਰਾਈਟ। ਠੀਕ ਹੈ, ਜਿੱਦਾਂ ਉਹਨਾਂ ਦਾ ਜਿਹੜਾ ਅਗਰ ਭਤੀਜਾ ਲੱਗਿਆ, ਉਹ ਵੀ ਪੋਲੀਟਿਕਸ ਵੀ ਇੱਕ ਪ੍ਰੋਫੈਸ਼ਨ ਹੈ। ਪੋਲੀਟਿਕਸ ਦੇ ਜਿਹੜਾ ਕੋਈ ਚੇਅਰਮੈਨ ਲੱਗਿਆ ਉਹਦੀ ਵੀ ਇੱਕ ਤਨਖਾਹ ਹੈ ਤੇ ਉਹ ਓਪਨ ਫॉर ਆਲ ਸੀ। ਠੀਕ ਹੈ, ਉਹਦੇ ਵਿੱਚ ਜੋ ਮਰਜ਼ੀ ਬੰਦਾ, ਚਾਹੇ ਉਹ ਵਿਕਟਮ ਹੈ ਚਾਹੇ ਨਹੀਂ ਹੈ, ਉਹ ਓਪਨ ਫॉर ਆਲ ਕੈਟੇਗਰੀ ਸੀ, ਕੋਈ ਵੀ ਅਪਲਾਈ ਕਰ ਸਕਦਾ ਸੀ। ਜਿਹੜੀ ਅਰਜੁਨ ਦੀ ਕੈਟੇਗਰੀ ਸੀਗੀ ਉਹ ਸਿਰਫ ਰਿਜ਼ਰਵਡ ਫॉर ਟੈਰਰਿਸਟ ਔਰ ਵਿਕਟਮਾਈਜ਼ਡ ਫੈਮਿਲੀ ਇਨ
other unfortunate ਤੁਹਾਡੇ ਤੇ ਸਵਾਲ ਜਿਵੇਂ ਸੁਖਬੀਰ ਸਿੰਘ ਬਾਦਲ ਵੀ ਸਵਾਲ ਉਠਾਉਂਦੇ ਤੁਸੀਂ ਕਹਿੰਦੇ ਵਿਕਟਮਾਈਜ਼ਡ ਫੈਮਿਲੀ ਹੈ ਦੇ ਆਰ ਸੇਇੰਗ ਕਿ ਪ੍ਰਿਵਿਲੇਜਡ ਫੈਮਿਲੀ ਹੈ ਇਹਨਾਂ ਫੈਮਿਲੀਜ਼ ਦਾ ਤਾਂ ਹੱਕ ਹੋਣਾ ਹੀ ਨਹੀਂ ਚਾਹੀਦਾ ਇਹਨਾਂ ਦਾ ਹੱਕ ਬਾਅਦ ਚ ਹੋਣਾ ਚਾਹੀਦਾ ਪਹਿਲਾਂ ਹੱਕ ਉਹਨਾਂ ਫੈਮਿਲੀ ਬਿਲਕੁਲ ਸਹੀ ਗੱਲ ਕਹੀ ਉਹਨਾਂ ਨੇ ਮੈਂ ਤੇ ਕਹਿਣਾ ਹੈ ਕਿ ਤੁਸੀਂ ਕੀ ਸਮਝਦੇ ਹੋ ਸੁਖਬੀਰ ਸਿੰਘ ਬਾਦਲ ਅੰਡਰ ਪ੍ਰਿਵਿਲੇਜ ਨੇ ਇਹ ਜਿਹੜੇ ਸੁਖ ਵਿਲਾਸ ਟਰਾਈਡੈਂਟ ਹੋਟਲਸ ਬੱਸਾਂ ਕੇਬਲਾਂ ਸੈਂਡ ਮਾਈਨਿੰਗ ਜਿਹੜੀ ਇਹਨਾਂ ਨੇ ਕੀਤੀ ਹੈ ਇਹ ਅੰਡਰ ਪ੍ਰਿਵਿਲੇਜ ਨੇ ਅਗਰ ਇਹ ਆਪਣੇ ਆਪ ਨੂੰ ਅੰਡਰ ਪ੍ਰਿਵਿਲੇਜ ਮੰਨਦੇ ਜਾਂ ਆਪਣੇ ਆਪ ਨੂੰ ਪ੍ਰਿਵਿਲੇਜ ਤੁਸੀਂ ਇਹਨਾਂ ਦੀ ਵੀ ਆਪਾਂ ਐਸੈਟਸ ਕੱਢੀਏ ਸਾਡੇ ਤੇ ਐਸੈਟਸ 2017 ਤੋਂ ਪਹਿਲਾਂ ਦੇ ਸੀਗੇ ਨਾ ਜੀ ਤੇ ਇਹਨਾਂ ਦੇ ਵੀ ਆਪਾਂ ਉਸ ਤੋਂ ਬਾਅਦ ਤੇ ਨਹੀਂ ਕੁਝ ਕਮਾਇਆ ਉਸ ਤੋਂ ਪਹਿਲਾਂ ਹੀ ਸੀਗਾ ਐਮਐਲਏ ਬਣਨ ਤੋਂ ਪਹਿਲਾਂ ਸੀਗਾ ਸੈਕੰਡਲੀ ਅਗਰ ਇਹ ਸੋਚਦੇ ਨੇ ਕਿ ਅਗਰ ਕੈਪੇਬਿਲਿਟੀ ਤੇ ਐਬਿਲਿਟੀ ਦੀ ਗੱਲ ਕਰਦੇ ਨੇ ਪ੍ਰਿਵਿਲੇਜ ਦੀ ਗੱਲ ਕਰਦੇ ਨੇ ਇਹਨਾਂ ਕੋਲ ਤਾਂ ਆਲਰੇਡੀ ਨਹੀਂ ਪ੍ਰਿਵਿਲੇजेस ਨੇ ਹੋਰ ਅਕਾਲੀ ਦਲ ਦੇ ਇੰਨੇ ਸੀਨੀਅਰ ਆਗੂ ਨੇ ਭੁੰਦੜ ਸਾਹਿਬ ਨੇ ਚੰਦੂ ਮਾਜਰਾ ਸਾਹਿਬ ਨੇ ਉਹਨਾਂ ਨੂੰ ਚਾਂਸ ਦੇਣ ਅੱਗੇ ਚੀਫ ਮਿਨਿਸਟਰ ਪਾਰਟੀ ਪ੍ਰੈਜ਼ੀਡੈਂਟ ਦਾ ਦੇਣ ਚਲੋ ਆਖਰੀ ਸਵਾਲ ਹੈ ਬਹੁਤ ਸਾਰੇ ਹੋਰ ਇਦਾਂ ਦੀਆਂ ਫੈਮਲੀਜ਼ ਨੇ ਪੰਜਾਬ ਦੇ ਵਿੱਚ ਜਿਹੜੀਆਂ ਟੈਰਰਿਜ਼ਮ ਦੇ ਵੇਲੇ ਵਿਕਟਿਮ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਇਸ ਤੋਂ ਇਲਾਵਾ ਜਦੋਂ ਤੁਹਾਡੇ ਦਾਦਾ ਜੀ ਦਾ ਅਨਫੋਰਚੂਨੇਟ ਐਪੀਸੋਡ ਉਹ ਸਾਰਾ ਹੋਇਆ ਤਾਂ ਉਸ ਵਕਤ ਵੀ 6 ਲੋਕਾਂ ਦੀ ਹੋਰ ਜ਼ਿਕਰ ਆਉਂਦਾ ਹੈ ਨਾ ਉਹਨਾਂ ਨੂੰ ਵੀ ਨਹੀਂ ਮਿਲੀਆਂ ਤਾਂ ਕੀ ਉਹਨਾਂ ਦਾ ਹੱਕ ਨਹੀਂ ਸੀ ਬਣਦਾ ਜਾਂ ਉਹਨਾਂ ਨੂੰ ਸੀ ਪਹਿਲਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਵਾਈ ਯੂ ਆਰ ਪਿਕਡ ਅਪ ਐਂਡ ਚੋਜ਼ਨ ਸੋ ਇਟਸ ਨਾਟ ਪਿਕ ਐਂਡ ਚੂਜ਼ ਜੀ ਇਹ ਦੇਖੋ ਜਿਹੜਾ ਬਾਜਵਾ ਸਾਹਿਬ ਨੇ ਵੀ ਕਲੀਅਰ ਕੀਤਾ ਹੈ ਉਹਨਾਂ ਦੇ ਵਿੱਚੋਂ ਇੱਕ ਡਰਾਈਵਰ ਸੀਗਾ ਉਹਨਾਂ ਦੀ ਵਾਈਫ ਉਹਨਾਂ ਨੂੰ ਨੌਕਰੀ ਮਿਲੀ ਗਈ ਹੈ ਬਾਕੀ ਸਾਰੇ ਪਰਿਵਾਰ ਉਸ ਤੋਂ ਬਾਹਰ ਸ਼ਿਫਟ ਹੋ ਗਏ ਸੀ ਸਾਡੇ ਨਾਲ ਇਨ ਟੱਚ ਨੇ ਜਦੋਂ ਵੀ ਕਿਸੇ ਨੂੰ ਕੋਈ ਲੋੜ ਪੈਂਦੀ ਹੈ ਅਸੀਂ ਉਹਨਾਂ ਨਾਲ ਮਤਲਬ ਕਿ ਬਾਖੂਬੀ ਇਨ ਟੱਚ ਵੀ ਰਹਿੰਦੇ ਹਾਂ ਆਪਣੇ ਤੌਰ ਤੇ ਵੀ ਆਪਾਂ ਕਈਆਂ ਦੀ ਮਦਦ ਕੀਤੀ ਹੈਗੀ ਹੈ ਤੇ ਮੈਂ ਇਹ ਤੁਹਾਨੂੰ ਤੁਸੀਂ ਪਿਕ ਐਂਡ ਚੂਜ਼ ਦੀ ਗੱਲ ਕੀਤੀ ਹੈ ਤੇ ਮੈਂ ਤੁਹਾਨੂੰ 2 ਲਾਈਨਾਂ ਨਾਲ ਇਹ ਗੱਲ ਨੂੰ ਮੁਕਾਉਣਾ ਚਾਹੁੰਦਾ ਹੈ कि पंजाबियों ਨੂੰ खास करके अपने पंजाब के नौजवानों ਨੂੰ जनता ਨੂੰ ਇਹ कहना चाहना कि ये मत समझना कि हम तुमसे प्यार नहीं करते बेइंतहा मोहब्बत करते हैं बस इजहार नहीं करते थैंक यू चलो बहुत शुक्रिया कंवर प्रताप सिंह फतेह जंग सिंह बाजवा के बेटे ने ते अज प्रैस कॉन्फ्रेंस की ऐलान कर दिता गया कि नौकरी नहीं लएगा इन्हों का परिवार अर्जुन प्रताप सिंह नूं जिहड़ी पुलिस दे विच नौकरी दी जा रही सी उहदे तो ना कर दी गई है क्योंकि बड़ी इहदे ते पॉलिटिक्स हुई है बहुत सारे लोगों ने पार्टी के अंदरों भी सवाल उठाए तो फिर इसे दे तहत फतेह जंग सिंह बाजवा उन्होंने पुत्रा ने अज ना कर दी है कैमरामैन वेदराम सैनी दे नाल गुरप्रीत सिंह हमदर्द TV चंडीगढ़।